एक अद्विती गुरु नानक देवा। ओंकार गुर अंगद अबेवा। सतनाम गुर अमर प्यारे। करता रामदास गुरवारे। पुरख श्री अर्जन सुखदानी। निरपौ हर गोबिंद गुण खानी। निर्वैर गुरु है श्री हर राय। अकाल मूरत हर कृष्ण ते आए। अजूनी तेग बहादुर राय। सैपंगुर दशमेश सहाय। गुर प्रसाद ग्रंथ गुर ज्ञाना। वाहे गुरु बंदन भगवाना। गुर प्रसाद ग्रंथ गुर ज्ञाना। वाहे गुरु बंदन भगवाना। वाहे गुरु साहिब जीओ। ए मन चंचला चतुराई किनै न पाया। चतुराई न पाया किनै। तू सुन मन मेरेया। एह माया मोहनी जिन एत भरम भुलाया। माया तमोहनी तिनै कीती जिन ठगौली पाइया। कुर्बान कीता तिसै बिटहों जिन मोह मीठा लाया। कहै नानक मन चंचल चतुराई किनै न पाया। कहै नानक मन चंचल चतुराई किनै न पाया। वाहिगुरु जी का खालसा वाहिगुरु जी की फतेह। गुरु प्यारी साध संगत जीओ, वडभागी हो जो आप जी। धन धन श्री गुरु नानक देव साहिब जी महाराज सच्चे पातशाह। तिन्हां दे पावन पवित्र गुर इतिहासिक अस्थान गुरुद्वारा श्री पलाई साहिब विखे हाज़रियां भर के मनुखा जीवन दे कीमती समय अते सवासां नूं आप जी सफला बना रहे हो। सतगुरु पातशाह जियां दी अपार किरपा बख्शिश दे नाल अमृत वेले नितनेम दियां 5 बाणियां दे विचों जो 5वीं बाणी है श्री आनंद साहिब, जो धन धन साहिब श्री गुरु अमरदास महाराज जियां दी उचारण कीती हुई है। इस पावन बाणी दियां 40 पौड़ियां हन, जिन्हां दे विचों 9 पौड़ियां दी विचार आप जी ने पिछे सरवण कीती है। सो 10वीं पौड़ी दा पाठ आप जी ने हुण सरवण कीता है। सतगुरु सच्चे पातशाह धन धन साहिब श्री गुरु अमरदास महाराज सच्चे पातशाह इस पावन पौड़ी दे अंदर मन नूं उपदेश करते ने, क्योंकि ये साडा मन ही है
कि जेकर ये मन सत संगत करना शुरू कर देवे, गुरु दी मत नूं मनना शुरू कर देवे, ਤਾਂ ਇਹ ਮਨ जैसा कोई भी दुनिया ਦੇ ਉੱਤੇ पूरे ब्रह्मांड ਦੇ ਵਿੱਚ ਸਾਡਾ कोई मित्र नहीं इस मन वर्गा, क्योंकि ये ऐसा मित्र है कि जे सिद्धा हो करके शुद्ध मन दे नाल गुरु दी मत नूं मनना शुरू कर देवे ਤਾਂ ਛਿਨ ਕਾਲ ਦੇ ਵਿੱਚ ਹੀ ਅਕਾਲ ਪੁਰਖ ਦਾ ਰੂਪ ਕਰਵਾ ਸਕਦਾ ਹੈ। ਜੇ ਇਹੀ ਮਨ ਕੁਸੰਗਤ ਕਰਨ ਦੇ ਵਿੱਚ ਲੱਗ ਜਾਵੇ, ਸਾਕਤਾਂ ਦੇ ਸੰਗ ਵਿੱਚ ਬੈਠਣਾ ਸ਼ੁਰੂ ਕਰ ਦੇਵੇ, ਵਕਾਰਾਂ ਦੇ ਵਹਿਣ ਦੇ ਵਿੱਚ ਵਹਿ ਜਾਵੇ, ਤਾਂ ਇਹੀ ਮਨ ਜਿਹੜਾ ਹੈ ਇਹ ਸਾਡਾ ਸਾਰਾ ਮਨੁੱਖਾ ਜੀਵਨ ਦੀ ਖੇਡ ਜਿਹੜੀ ਹੈ, ਮਨੋਰਥ ਜਿਹੜਾ ਹੈ, ਉਹਨੂੰ ਵਿਗਾੜ ਕੇ ਰੱਖ ਸਕਦਾ ਹੈ, ਜਿਸ ਦੇ ਕਾਰਨ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ। ਕਿਉਂਕਿ 84 ਲੱਖ ਜੂਨ ਦੇ ਗੇੜੇ ਵਿੱਚ ਪੈਣ ਵਾਸਤੇ ਮਨੁੱਖ ਤਿਆਰ ਹੋ ਜਾਂਦਾ ਹੈ, ਕੇਵਲ ਤੇ ਕੇਵਲ ਇਹ ਸਾਰੀ ਮਨ ਦੀ ਹੀ ਖੇਡ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਅੱਜ ਦੀ ਪਾਵਨ ਪੌੜੀ ਦੇ ਅੰਦਰ ਇਸ ਮਨ ਨੂੰ ਹੀ ਉਪਦੇਸ਼ ਕਰਦੇ ਨੇ ਤੇ ਸਾਨੂੰ ਉਪਦੇਸ਼ ਕਰਦੇ ਨੇ ਕਿ ਇਹ ਮਨ ਕਿਤਨਾ ਚੰਚਲ ਹੈ, ਕਿਤਨੀਆਂ ਚੰਚਲਤਾਈਆਂ ਇਹ ਕਰਦਾ ਹੈ। ਤੇ ਇਸ ਨੂੰ ਵਾਰ-ਵਾਰ ਸਤਿਗੁਰੂ ਜੀ ਨੇ ਬਾਣੀ ਅੰਦਰ ਉਪਦੇਸ਼ ਕਰਕੇ ਸਮਝਾਇਆ ਕਿ ਕਿਤੇ ਨਾ ਕਿਤੇ ਇਸ ਨੂੰ ਸਮਝ ਲੱਗ ਜਾਵੇ ਤੇ ਇਹ ਬਾਣੀ ਦੇ ਉਪਦੇਸ਼ ਨਾਲ ਜੁੜ ਕੇ ਗੁਰਬਾਣੀ ਦੀ ਮੱਤ ਅਨੁਸਾਰ ਆਪਣਾ ਜੀਵਨ ਬਸਰ ਕਰਕੇ ਤੇ ਖੁਦ ਵੀ ਪ੍ਰਮਾਤਮਾ ਦਾ ਰੂਪ ਹੋਵੇ, ਖੁਦ ਵੀ ਜੀਵਨ ਨੂੰ ਸਫਲਾ ਕਰੇ ਤੇ ਹੋਰਾਂ ਤਾਈਂ ਸਫਲ ਕਰਨ ਦੀ ਮਹਾਨ ਸੇਵਾ ਨਿਭਾ ਸਕੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹ ਮਨ ਚੰਚਲਾ, ਹੇ ਮੇਰੇ ਚੰਚਲ ਮਨ। ਮਨ ਚੰਚਲ ਕਿਉਂ ਹੈ? ਕਿਉਂਕਿ ਇਹ ਸਾਡਾ ਮਨ ਇੱਕ ਐਸੀ ਵਸਤੂ ਹੈ ਜਿਹਦੀ ਗਤੀ ਬਹੁਤ ਹੀ ਤੇਜ਼ ਹੈ, ਜਿਸ ਦਾ ਅੰਦਾਜ਼ਾ ਵੀ ਲਗਾਉਣਾ ਬਹੁਤ ਮੁਸ਼ਕਲ ਹੈ। ਵਿਦਵਾਨਾਂ ਦੇ ਕਥਨ ਅਨੁਸਾਰ ਹੀ ਸਾਡਾ ਮਨ ਇਸ ਪ੍ਰਕਾਰ ਚੰਚਲ ਹੈ ਕਿ ਜਿਵੇਂ ਕਛੂ ਕੁੰਮੇ ਦੀ ਸੁਰੀ, ਉਹਦੀ ਸਿਰੀ ਜਿਹੜੀ ਹੈ ਕਦੇ ਅੰਦਰ ਤੇ ਕਦੇ ਬਾਹਰ ਹੁੰਦੀ ਹੈ, ਇਸ ਪ੍ਰਕਾਰ ਸਾਡਾ ਮਨ ਚੰਚਲ ਹੈ, ਭਾਵ ਕਿਸੇ ਸਮੇਂ ਵੀ ਟਿਕਦਾ ਨਹੀਂ। ਜਿਸ ਪ੍ਰਕਾਰ ਨਿਸ਼ਾਨ ਸਾਹਿਬ ਦਾ ਫਰਲਾ ਹਵਾ ਦੇ ਨਾਲ ਹਮੇਸ਼ਾ ਹੀ ਹਿਲਦਾ ਰਹਿੰਦਾ ਹੈ, ਟਿਕਦਾ ਨਹੀਂ, ਟਿਕਾ 'ਚ ਨਹੀਂ ਆਉਂਦਾ, ਐਸੇ ਪ੍ਰਕਾਰ ਮਨੁੱਖੀ ਮਨ ਹੈ ਜੋ ਹਮੇਸ਼ਾ ਹੀ ਵਾਸ਼ਨਾਵਾਂ ਦੇ ਵਹਿਣਾਂ ਵਿੱਚ ਵਹਿੰਦਾ ਰਹਿੰਦਾ ਹੈ, ਕਦੇ ਟਿਕਣ ਦਾ ਨਾਮ ਨਹੀਂ ਲੈਂਦਾ। ਜੇ ਕਿਤੇ ਇਸ ਨੂੰ ਟਿਕਾਇਆ ਵੀ ਜਾਵੇ 10-15 ਮਿੰਟ ਵਾਸਤੇ, ਅੱਧੇ ਘੰਟੇ ਵਾਸਤੇ, ਤਾਂ ਬਹੁਤ ਹੀ ਮੁਸ਼ਕਲ ਹੈ, ਕਠਿਨ ਕਾਰਜ ਹੈ। ਇਸੇ ਕਾਰਜ ਨੂੰ ਕਰਨ ਵਾਸਤੇ ਸਾਨੂੰ ਮਨੁੱਖਾ ਜੀਵਨ ਦੇਹ ਪ੍ਰਾਪਤ ਹੋਈ ਹੈ ਤੇ ਉਹ ਸਾਰੀ ਵਿਧੀ ਵਿਧਾਨ ਗੁਰੂ ਦੀ ਮੱਤ ਲੈ ਕੇ ਹੋਵੇਗੀ। ਤਾਂ ਇਹ ਮਨ ਦੀ ਚੰਚਲਤਾਈ ਕਿਸ ਪ੍ਰਕਾਰ ਹੈ ਕਿ ਜਿਵੇਂ ਆਸਮਾਨ ਦੇ ਵਿੱਚ ਬੱਦਲਾਂ ਦੇ ਵਿੱਚ ਬਹੁਤ ਹੀ ਛੇਤੀ ਦੇ ਨਾਲ ਬਿਜਲੀ ਲਿਸ਼ਕਾਰਾ ਮਾਰਦੀ ਹੈ, ਫਿਰ ਗਾਇਬ ਹੋ ਜਾਂਦੀ ਹੈ, ਫਿਰ ਲਿਸ਼ਕਾਰਾ ਮਾਰਦੀ ਹੈ, ਫਿਰ ਗਾਇਬ ਹੁੰਦੀ ਹੈ, ਇਸ ਪ੍ਰਕਾਰ ਸਾਡਾ ਮਨ ਚੰਚਲ ਹੈ। ਜਿਸ ਪ੍ਰਕਾਰ ਆਧੁਨਿਕ ਸਮੇਂ ਦੇ ਅੰਦਰ ਦੇਖੋ ਹਰ ਇੱਕ ਇਨਸਾਨ ਦੇ ਕੋਲ ਮੋਬਾਈਲ ਹੈ, ਅਸੀਂ ਜਾਣਦੇ ਹਾਂ, ਅਸੀਂ ਕਿਤੇ ਵੀ ਬੈਠੇ ਹੋਈਏ ਦੇਸ਼ਾਂ ਪ੍ਰਦੇਸ਼ਾਂ ਤੱਕ ਅਸੀਂ ਆਪਣਾ ਸੁਨੇਹਾ, ਆਪਣੀ ਆਵਾਜ਼ ਆਪਣੇ ਰਿਸ਼ਤੇਦਾਰਾਂ ਤੱਕ, ਪਰਿਵਾਰਾਂ ਤੱਕ ਪਹੁੰਚਾ ਸਕਦੇ ਹਾਂ। ਤੇ ਕਿਤਨੀ ਇਹ ਵਾਇਰਲੈਸ ਦੀ ਸਪੀਡ, ਕਿਤਨੀ ਗਤੀ ਤੇਜ਼ ਹੈ ਕਿ ਛਿਨ ਕਾਲ ਦੇ ਵਿੱਚ ਸਾਰਾ ਕੰਮ ਹੁੰਦਾ ਏ, ਪਰ ਇਹ ਸਾਡਾ ਮਨ ਉਹਦੀ ਗਤੀ ਦੇ ਨਾਲੋਂ ਵੀ ਕਿਤੇ ਤੇਜ਼ ਹੈ। ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਿਸੇ ਸਮੇਂ ਕਿਸੇ ਥਾਂ 'ਤੇ ਗਏ ਹੋਈਏ, ਕੋਈ ਸਮੇਂ ਦੇ ਵਿੱਚ ਅਸੀਂ ਕਿਤੇ ਘੁੰਮ ਫਿਰ ਕੇ ਆਏ ਹੋਈਏ ਤੇ ਅਸੀਂ ਆ ਕਰਕੇ ਜੇ ਕਿਤੇ ਸਤ ਸੰਗਤ ਵਿੱਚ ਬੈਠੀਏ, ਕਿਤੇ ਬਾਣੀ ਪੜ੍ਹਨ ਦੇ ਵਿੱਚ ਬੈਠੀਏ, ਸਿਮਰਨ ਕਰਨ ਦੇ ਵਿੱਚ ਬੈਠੀਏ, ਤਾਂ ਸਾਡਾ ਮਨ ਛਿਨ ਕਾਲ ਦੇ ਵਿੱਚ ਹੀ ਉਹ ਸਮੇਂ ਦੇ ਵਿੱਚ ਚਲਿਆ ਜਾਂਦਾ ਹੈ ਜਿਹੜਾ ਕਿਤੇ ਅਸੀਂ ਆਪਣੇ ਜੀਵਨ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਤੀਤ ਕੀਤਾ ਸੀ। ਸਾਡਾ ਮਨ ਸ਼ੀਘਰ ਕਾਲ ਦੇ ਵਿੱਚ ਹੀ ਘੁੰਮ ਕੇ ਤੇ ਫਿਰ ਸਤ ਸੰਗਤ ਵਿੱਚ ਆ ਕੇ ਬੈਠ ਜਾਂਦਾ ਹੈ। ਤੇ ਕਈ ਵਾਰ ਕਥਾ ਵਿਚਾਰ ਚਲਦੀ ਹੁੰਦੀ ਹੈ, ਕਈ ਵਾਰ ਕੀਰਤਨ ਹੁੰਦਾ, ਕਈ ਵਾਰੀ ਬਾਣੀ ਦੇ ਪ੍ਰਵਾਹ ਚੱਲਦੇ ਹੁੰਦੇ ਆ ਤੇ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਭਾਈ ਸਾਹਿਬ ਜੀ ਕੀ ਕਹਿ ਰਹੇ ਸਨ, ਕਿਉਂਕਿ ਮਨ ਹਾਜ਼ਰ ਨਹੀਂ ਸੀ, ਸਰੀਰ ਹਾਜ਼ਰ ਸੀ ਪਰ ਮਨ ਕਰਕੇ ਗੈਰ ਹਾਜ਼ਰ ਸੀ। ਤਾਂ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਮਨ ਨੂੰ ਚੰਚਲ ਕਿਹਾ ਹੈ ਗੁਰਬਾਣੀ ਦੇ ਅੰਦਰ। ਇਸ ਮਨ ਨੂੰ ਬਾਰ-ਬਾਰ ਚੰਚਲਤਾਈ ਦੇ ਨਾਲ ਸੰਬੋਧਨ ਕੀਤਾ ਹੈ ਕਿ ਮਨ ਚੰਚਲ ਹੈ, ਇਹ ਮਨ ਖੋਤਾ ਹੈ,
ਇਹ ਮਨ ਮੁਗਧ ਹੈ, ਇਹ ਮਨ ਜੜ ਦੀ ਨਿਆਈ ਹੈ, ਪਸ਼ੂ ਦੀ ਨਿਆਈ ਹੈ, ਕਿਉਂਕਿ ਇਹਨੇ ਮਨ ਮਤ ਨੂੰ ਧਾਰਨ ਕੀਤਾ ਹੋਇਆ ਹੈ। ਜਿੰਨੀ ਦੇਰ ਤੱਕ ਗੁਰੂ ਦੀ ਮਤ ਨੂੰ ਨਹੀਂ ਲਵੇਗਾ ਉਨੀ ਦੇਰ ਤੱਕ ਇਹ ਮਨ ਜੋਤ ਸਰੂਪ ਨਹੀਂ ਬਣ ਸਕਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਇਸ ਮਨ ਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਹੇ ਚੰਚਲ ਮਨ ਸੁਣ, ਇਹ ਗੁਰੂ ਦੇ ਪਿਆਰ ਵਾਲੇ ਸਿੱਖੋ ਸੁਣੋ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈਆਂ ਕਰਨ ਦੇ ਨਾਲ, ਚਲਾਕੀਆਂ ਕਰਨ ਦੇ ਨਾਲ ਅੱਜ ਤੱਕ ਕਿਸੇ ਨੂੰ ਗੁਰੂ ਨੂੰ ਖੁਸ਼ ਨਹੀਂ ਕੀਤਾ, ਕਿਸੇ ਨੇ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ। ਚਲਾਕੀਆਂ ਕਰਨ ਦੇ ਨਾਲ ਦੁਨੀਆ ਨੂੰ ਅਸੀਂ ਖੁਸ਼ ਕਰ ਸਕਦੇ ਹਾਂ। ਬਾਹਰੀ ਪਹਿਰਾਵਾ ਪਾਇਆ ਹੈ, ਲੋਕ ਸਮਝਣਗੇ ਬੜਾ ਧਰਮੀ ਹੈ, ਪਰ ਅੰਦਰ ਦੀ ਕਿੰਨੀ ਕੁ ਖੇਡ ਪ੍ਰਮਾਤਮਾ ਦੇ ਸਿਮਰਨ ਦੇ ਅੰਦਰ ਬਣੀ ਹੈ, ਇਹ ਤਾਂ ਜਾਂ ਤੇ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਜਾਂ ਸਾਡਾ ਵਾਹਿਗੁਰੂ ਜਾਣਦਾ ਏ। ਅੱਲਾ ਲਿਬਾਸ ਪਾ ਕਰਕੇ ਅਸੀਂ ਪਰਮੇਸ਼ਰ ਦੇ ਦਰ ਤੇ ਧਰਮ ਦੀ ਦੁਨੀਆ ਦੇ ਵਿੱਚ ਪ੍ਰਵਾਨ ਨਹੀਂ ਚੜ੍ਹ ਸਕਦੇ। ਚਲਾਕੀਆਂ ਚੁਸਤੀਆਂ ਕਰਨ ਦੇ ਨਾਲ ਦੁਨੀਆ ਤਾਂ ਖੁਸ਼ ਹੋ ਸਕਦੀ ਹੈ ਪਰ ਪਰਮੇਸ਼ਰ ਨਹੀਂ। ਤਾਂ ਸਤਿਗੁਰੂ ਜੀ ਬਚਨ ਕਰਦੇ ਨੇ, ਯਾਦ ਰੱਖ ਚਲਾਕੀਆਂ ਕਰਨ ਦੇ ਨਾਲ ਤੂੰ ਕਦੇ ਪ੍ਰਮਾਤਮਾ ਨੂੰ ਪਾ ਨਹੀਂ ਸਕੇਗਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਚਲਾਕੀਆਂ ਕਰਨ ਦੇ ਨਾਲ ਤੂੰ ਪਰਮੇਸ਼ਰ ਨੂੰ ਪਾ ਨਹੀਂ ਸਕੇਗਾ। ਤਾਂ ਤੇ ਕੀ ਕਰਨਾ ਚਾਹੀਦਾ ਹੈ? ਤਾਂ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਹੇ ਮਨਾ, ਤੂੰ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜ, ਸਿੱਧੇ ਮਨ ਦੇ ਨਾਲ, ਸ਼ੁੱਧ ਮਨ ਦੇ ਨਾਲ। ਇਹ ਨਹੀਂ ਕਿ ਮਨ ਦੇ ਵਿੱਚ ਹੋਵੇ ਛਲ ਕਪਟ, ਮਨ ਦੇ ਵਿੱਚ ਹੋਣ ਵਕਾਰ, ਤੇ ਬਾਹਰੋਂ ਕੀਰਤਨ ਕਰੇ, ਬਾਹਰੋਂ ਕਥਾ ਕਰੇ, ਬਾਹਰੋਂ ਬਾਣੀ ਪੜ੍ਹੇ, ਪਰ ਮਨ ਦੇ ਅੰਦਰੋਂ ਈਰਖਾ ਦਵੈਖ ਜਾਵੇ ਹੀ ਨਾ, ਤਾਂ ਇਹ ਤੇਰੀ ਪੜ੍ਹੀ ਹੋਈ ਬਾਣੀ ਕਦੇ ਵੀ ਪ੍ਰਮਾਤਮਾ ਦਾ ਮਿਲਾਪ ਨਹੀਂ ਕਰਵਾ ਸਕੇਗੀ। ਸਤਿਗੁਰੂ ਜੀ ਨੇ ਬਾਣੀ ਅੰਦਰ ਮੋਹਰ ਲਗਾਈ ਹੈ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿੰਨਾ ਅੰਤਰ ਕਪਟ ਵਕਾਰ ਹੈ, ਤਿਨਾ ਰੋਏ ਕਿਆ ਕੀਜੈ। ਸਤਿਗੁਰੂ ਜੀ ਬਚਨ ਕਰਕੇ ਸਮਝਾਉਂਦੇ ਨੇ ਕਿ ਜਿੰਨਾ ਅੰਦਰ ਛਲ ਹੈ, ਜਿੰਨਾ ਅੰਦਰ ਧੋਖਾ ਹੈ, ਜਿੰਨਾ ਅੰਦਰ ਚਲਾਕੀ ਹੈ ਗੁਰੂ ਦੇ ਨਾਲ, ਕਿ ਮੈਨੂੰ ਗੁਰੂ ਸਤ ਸੰਗਤ ਦੇ ਵਿੱਚ ਆਏ ਤੇ ਬੜੇ ਭਲੇ ਮਾਨਸ ਬਣ ਕੇ ਗੁਰਸਿੱਖਾਂ ਦੀ ਨਿਆਈ ਬੈਠ ਗਏ। ਜਿਸ ਵੇਲੇ ਬਾਹਰ ਗਏ, ਇੱਥੇ ਕਿਹੜਾ ਮੈਨੂੰ ਗੁਰੂ ਦੇਖ ਰਿਹਾ ਹੈ, ਇੱਥੇ ਕਿਹੜਾ ਕੋਈ ਮੈਨੂੰ ਦੇਖ ਰਿਹਾ ਏ। ਭਾਵੇਂ ਮੈਂ 5 ਕਕਾਰਾਂ ਦਾ ਧਾਰਨੀ ਹਾਂ, ਮੈਨੂੰ ਕਿਹੜਾ ਗੁਰੂ ਦੇਖ ਰਿਹਾ ਹੈ। ਤੇ ਜੋ ਮਰਜ਼ੀ ਪਾਪ ਕਰੀ ਚੱਲੋ, ਜੋ ਮਰਜ਼ੀ ਮਨ ਦੇ ਅੰਦਰ ਵਕਾਰ ਪਾਲੀ ਚਲੋ, ਕਾਮ ਦੀ ਵਾਸ਼ਨਾ ਦੇ ਵਹਿਣ ਦੇ ਅੰਦਰ ਵਹੀ ਚਲੋ, ਪਰਾਇਆ ਧਨ ਤੱਕੋ, ਪਰਾਇਆ ਤਨ ਤੱਕੋ, ਕੌਣ ਵੇਖਦਾ ਹੈ? ਇੱਥੇ ਕਿਹੜਾ ਗੁਰੂ ਵੇਖ ਰਿਹਾ ਹੈ? ਚਲਾਕੀਆਂ ਗੁਰੂ ਦੇ ਨਾਲ ਕਰਨੀਆਂ, ਗੁਰੂ ਦੇ ਕੋਲ ਆ ਕੇ ਭੋਲੇ ਭਾਲੇ ਬਣ ਜਾਣਾ। ਤਾਂ ਸਾਹਿਬ ਜੀ ਬਚਨ ਕਰਦੇ ਨੇ, ਇਉਂ ਕਰਨ ਦੇ ਨਾਲ ਤੂੰ ਕਦੇ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕੇਗਾ, ਕਿਉਂਕਿ ਪਰਮਾਤਮਾ ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਭਾਵੇਂ ਤੂੰ ਆਪਣੇ ਅੰਦਰ ਦੇ ਵਿਕਾਰਾਂ ਨੂੰ, ਭਾਵੇਂ ਤੂੰ ਆਪਣੇ ਅੰਦਰ ਦੇ ਗੁਨਾਹਾਂ ਨੂੰ ਹੱਥ ਦੇ ਕੇ ਵੀ ਕਿਉਂ ਨਾ ਢੱਕੇ, ਉਹ ਪ੍ਰਮਾਤਮਾ ਤੇਰੀ ਰਗ ਰਗ ਤੋਂ ਵਾਕਿਫ ਹੈ ਕਿ ਕਿਹੜੇ ਸਮੇਂ ਤੂੰ ਕਿਹੜਾ ਪਾਪ ਆਪਣੇ ਮਨੁੱਖਾ ਜੀਵਨ ਦੇ ਵਿੱਚ ਕੀਤਾ। ਤਾਂ ਅਕਾਲ ਪੁਰਖ ਵਾਹਿਗੁਰੂ ਤੇਰੀ ਰਗ ਰਗ ਤੋਂ ਵਾਕਿਫ ਹੈ ਤੇ ਉਹ ਜਾਣਦਾ ਹੈ। ਤੇ ਕੇਵਲ ਪ੍ਰਮਾਤਮਾ ਦੀ ਖੁਸ਼ੀ ਉਹਨਾਂ ਤੇ ਹੈ ਜੋ ਹਰ ਭਗਤ ਹਰ ਲੀਜੈ, ਜੋ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ, ਸ਼ੁੱਧ ਮਨ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ, ਜਿਨ੍ਹਾਂ ਦੇ ਅੰਦਰ ਵੀ ਪ੍ਰਮਾਤਮਾ ਦੇ ਲਈ ਪ੍ਰੇਮ ਹੈ ਤੇ ਜਿਨ੍ਹਾਂ ਦੇ ਬਾਹਰ ਵੀ ਜੀਵਨ ਦੇ ਵਿੱਚੋਂ ਪ੍ਰਮਾਤਮਾ ਦੇ ਲਈ, ਆਪਣੇ ਗੁਰੂ ਦੇ ਲਈ ਪ੍ਰੇਮ ਝਲਕਦਾ ਹੈ। ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹਨ। ਤਾਂ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ, ਮਨਾ ਧਿਆਨ ਲਾ ਕੇ, ਸਾਵਧਾਨ ਹੋ ਕੇ, ਇਕਾਗਰ ਹੋ ਕਰਕੇ ਗੁਰੂ ਦੀ ਮੱਤ ਨੂੰ ਸੁਣ। ਜੇ ਗੁਰੂ ਦੀ ਖੁਸ਼ੀ ਲੈਣੀ ਹੈ, ਜੇ ਪਰਮੇਸ਼ਰ ਅਕਾਲ ਪੁਰਖ ਜੀ ਦੀ ਖੁਸ਼ੀ ਲੈਣੀ ਹੈ, ਤਾਂ ਚਲਾਕੀਆਂ ਕਰਨੀਆਂ ਛੱਡ, ਮਨ ਨੂੰ ਇੱਕਦਮ ਸਾਵਧਾਨ ਕਰ। ਹੋ ਸਾਵਧਾਨ, ਆਪਣੇ ਗੁਰ ਸਿਓ, ਆਪਣੇ ਗੁਰੂ ਲਈ ਹਮੇਸ਼ਾ ਹੀ ਸਾਵਧਾਨ ਹੋ। ਭਾਵੇਂ ਤੂੰ ਬੰਦ ਕਮਰੇ 'ਚ ਬੈਠਾ ਹੈ,
ਭਾਵੇਂ ਤੈਨੂੰ ਕੋਈ ਨਹੀਂ ਦੇਖ ਰਿਹਾ, ਪਰ ਤੇਰੇ ਅੰਦਰ ਇੱਕ ਨਿਰਮਲ ਭਾਉ ਖੌਫ ਹੋਣਾ ਚਾਹੀਦਾ ਹੈ ਕਿ ਮੇਰਾ ਗੁਰੂ ਮੈਨੂੰ ਹਮੇਸ਼ਾ ਹੀ ਦੇਖ ਰਿਹਾ ਏ। ਜੇ ਮੈਂ ਕੁਝ ਅੱਖਾਂ ਨਾਲ ਗਲਤ ਕਰਦਾ ਹਾਂ ਤਾਂ ਗੁਰੂ ਦੇਖ ਰਿਹਾ ਹੈ, ਜੇ ਮੈਂ ਕੰਨਾਂ ਦੇ ਨਾਲ ਕੁਝ ਗਲਤ ਸੁਣਦਾ ਹਾਂ ਤਾਂ ਗੁਰੂ ਮੈਨੂੰ ਦੇਖ ਰਿਹਾ ਹੈ, ਜੇ ਮੈਂ ਆਪਣੀ ਜ਼ੁਬਾਨ ਦੇ ਨਾਲ ਕੁਝ ਗਲਤ ਬੋਲਦਾ ਹਾਂ, ਨਿੰਦਿਆ ਚੁਗਲੀ ਕਰਦਾ ਹਾਂ ਜਾਂ ਹੋਰ ਰੰਗ ਤਮਾਸ਼ੇ ਦੇਖਦਾ ਹਾਂ ਤਾਂ ਗੁਰੂ ਮੈਨੂੰ ਦੇਖ ਰਿਹਾ ਹੈ। ਇਸ ਲਈ ਹਮੇਸ਼ਾ ਹੀ ਸਾਵਧਾਨ ਗੁਰਸਿੱਖ ਉਹੀ ਹੈ ਜੋ ਇਕੱਲੇਪਨ ਦੇ ਵਿੱਚ ਵੀ ਗੁਰੂ ਨੂੰ ਹਾਜ਼ਰ ਨਾਜ਼ਰ ਜਾਣੇ। ਰੋਜ਼ਾਨਾ ਪੜ੍ਹਦੇ ਹਾਂ ਜਾਪ ਸਾਹਿਬ ਜੀ ਦੇ ਅੰਦਰ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਪਰਮੇਸ਼ਰ ਉਹ ਹੈ ਜੋ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ। ਉਹ ਇਕੱਲਾ ਗੁਰਦੁਆਰੇ 'ਚ ਨਹੀਂ ਬੈਠਾ ਹੋਇਆ, ਇਕੱਲਾ ਮਸੀਤ ਵਿੱਚ ਨਹੀਂ ਬੈਠਾ ਹੋਇਆ, ਇਕੱਲਾ ਮੰਦਿਰ ਦੇ ਵਿੱਚ ਹੀ ਬਿਰਾਜਮਾਨ ਨਹੀਂ। ਪਰਮੇਸ਼ਰ ਉਹ ਹੈ ਜੋ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ, ਜੋ ਸਾਡੇ ਅੰਦਰ ਮੌਜੂਦ ਹੈ। ਸਾਡੇ ਅੰਦਰ ਅਜੇ ਕਿਸੇ ਪਾਪ ਨੂੰ ਅੰਜਾਮ ਦੇਣ ਦੀ ਵਿਉਂਤ ਵੀ ਨਹੀਂ ਘੜੀ ਹੁੰਦੀ ਤੇ ਉਹ ਸਮੇਂ ਨੂੰ ਵੀ ਜਾਣਦਾ ਹੈ, ਉਹ ਸਮੇਂ ਦੀ ਵਿਚਾਰ ਨੂੰ ਉਹ ਜਾਣਦਾ ਹੈ ਕਿ ਇਹਦੇ ਮਨ ਵਿੱਚ ਹੁਣ ਪਾਪ ਆ ਰਿਹਾ ਹੈ ਜਾਂ ਪਾਪੀ ਬਿਰਤੀ ਇਹਦੇ ਮਨ ਦੇ ਅੰਦਰ ਚੱਲ ਰਹੀ ਹੈ। ਉਹ ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਇਸੇ ਤਰ੍ਹਾਂ ਇੱਕ ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਗਰੇ ਦੀ ਧਰਤੀ ਤੇ ਸਤਸੰਗਤ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਜੁੜੀ ਹੋਈ ਹੈ। ਬਹਾਦਰ ਸ਼ਾਹ ਦਾ ਇੱਕ ਵੱਡਾ ਕਾਜੀ ਸਾਹਿਬਾਂ ਦੇ ਚਰਨਾਂ ਵਿੱਚ ਆਇਆ, ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਕਿਰਪਾ ਕਰਕੇ ਦੱਸੋ, ਮੈਂ ਤੁਹਾਡੀ ਬੜੀ ਹੀ ਉਸਤਤ ਸਰਵਣ ਕੀਤੀ ਹੈ ਕਿ ਆਪ ਜੀ ਪਰਮੇਸ਼ਰ ਦੇ ਪਿਆਰੇ ਹੋ, ਪਰਮੇਸ਼ਰ ਦੇ ਪਿਆਰੇ ਭਗਤ ਜਨ ਹੋ ਤੇ ਜਗਿਆਸੂਆਂ ਦਾ ਮਾਰਗਦਰਸ਼ਨ ਕਰਨ ਵਾਲੇ ਹੋ। ਕਿਰਪਾ ਕਰਕੇ ਮੈਨੂੰ ਵੀ ਮੇਰਾ ਵੀ ਇਹ ਮਾਰਗਦਰਸ਼ਨ ਕਰੋ ਕਿ ਖੁਦਾ ਦੀ ਪ੍ਰਾਪਤੀ ਕਿਵੇਂ ਹੋਵੇ, ਕਿਵੇਂ ਮੈਂ ਉਸ ਪਰਮਾਤਮਾ ਦੇ ਨੂਰ ਵਿੱਚ ਇੱਕਮਿਕ ਹੋ ਸਕਾਂਗਾ। ਆਪ ਜੀ ਕਿਰਪਾ ਕਰੋ। ਤਾਂ ਉਸ ਵੇਲੇ ਦਸ਼ਮੇਸ਼ ਪਿਤਾ ਜੀ ਨੇ ਬਚਨ ਫਰਮਾਇਆ ਕਿ ਕਾਜੀ ਸਾਹਿਬ, ਜੇਕਰ ਇਨਸਾਨ ਦੇ ਅੰਦਰ ਇੱਛਾ ਹੈ ਕਿ ਮੈਂ ਪਰਮੇਸ਼ਰ ਦਾ ਮਲਾਪ ਮੰਨਣਾ ਏ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਗੁਨਾਹ ਕਰਨਾ ਬੰਦ ਕਰੇ, ਪਾਪ ਛੱਡ ਦੇਵੇ, ਗੁਨਾਹ ਨਾ ਕਰੇ, ਮਾੜਾ ਕਰਮ ਨਾ ਕਰੇ, ਮਨ ਦੇ ਅੰਦਰ ਕੋਈ ਮਾੜੀ ਵਿਚਾਰ, ਮਾੜਾ ਫੁਰਨਾ ਨਾ ਬਣਾਵੇ, ਪਰਮੇਸ਼ਰ ਦੀ ਬੰਦਗੀ ਹਰ ਸਮੇਂ ਹੀ ਕਰੇ। ਉੱਠਦਿਆਂ ਬਹਿੰਦਿਆਂ ਜਾਗਦਿਆਂ ਸੌਂਦਿਆਂ ਹਰ ਸਮੇਂ ਪਰਮਾਤਮਾ ਦੀ ਹੀ ਯਾਦ ਹਿਰਦੇ ਵਿੱਚ ਵਾਰ-ਵਾਰ ਚੇਤਨ ਹੋ ਕਰਕੇ ਪਰਮੇਸ਼ਰ ਦੀ ਯਾਦ ਅੰਦਰ ਆਪਣਾ ਸਮਾਂ ਗੁਜ਼ਾਰੇ। ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅਰਦਾਸ ਕੀ ਕਰਨੀ ਹੈ? ਅਰਦਾਸ ਇਹ ਕਰੇ ਕਿ ਇਹ ਵਾਹਿਗੁਰੂ ਜੀ, ਮੈਂ ਭੁੱਲਣਹਾਰ ਹਾਂ, ਮੈਂ ਗੁਨਾਹਗਾਰ ਹਾਂ, ਕਿਰਪਾ ਕਰੋ ਮੈਨੂੰ ਪਾਪੀ ਨੂੰ ਬਖਸ਼ ਲਓ। ਕਾਜੀ ਕਹਿਣ ਲੱਗਾ, ਸਤਿਗੁਰੂ ਜੀ ਇਹ ਤੇ ਬੜੀ ਹੈਰਾਨੀ ਵਾਲੀ ਗੱਲ ਹੋਈ ਨਾ ਕਿ ਬੰਦਾ ਬੰਦਗੀ ਵੀ ਕਰੇ, ਮਾੜਾ ਕੰਮ ਨਾ ਕਰੇ, ਕੋਈ ਐਬ ਨਾ ਕਰੇ, ਗੁਨਾਹ ਨਾ ਕਰੇ ਤੇ ਫਿਰ ਪਰਮਾਤਮਾ ਦੇ ਅੱਗੇ ਤਰਲੇ ਮਿੰਨਤਾਂ ਕਿਉਂ ਕਰਨੀਆਂ? ਜਦੋਂ ਕੋਈ ਗੁਨਾਹ ਹੀ ਨਹੀਂ ਕੀਤਾ, ਪਾਪ ਹੀ ਨਹੀਂ ਕੀਤਾ ਤੇ ਫਿਰ ਸਾਨੂੰ ਤਰਲੇ ਮਿੰਨਤਾਂ ਕਰਨ ਦੀ ਕੀ ਲੋੜ ਹੈ? ਫਿਰ ਤੇ ਆਪੇ ਹੀ ਬਖਸ਼ੇ ਜਾਵਾਂਗੇ। ਸਾਹਿਬ ਜੀ ਮੁਸਕਰਾ ਪਏ। ਪਾਤਸ਼ਾਹ ਜੀ ਕਹਿਣ ਲੱਗੇ, ਕਾਜੀ ਜੀ ਬੈਠੋ, ਬੈਠ ਕਰਕੇ ਦੇਖੋ ਕਿ ਤੁਹਾਡਾ ਮਨ ਟੇਕਦਾ ਕਿ ਨਹੀਂ। ਸਮਾਧੀ ਵਿੱਚ ਬੈਠੇ ਪਰ ਮਨ ਨੂੰ ਟਿਕਾਉਣ ਦਾ ਬੜਾ ਯਤਨ ਕੀਤਾ। ਇੱਕ ਛਿਨ ਕਾਲ ਵਾਸਤੇ ਵੀ ਕਾਜੀ ਦਾ ਮਨ ਟਿਕਿਆ ਨਹੀਂ ਤਾਂ ਆਖਰ ਸਾਹਿਬਾਂ ਦੇ ਚਰਨਾਂ ਵਿੱਚ ਡਿੱਗਾ। ਸਾਹਿਬ ਜੀ ਕਹਿਣ ਲੱਗੇ, ਕਾਜੀ ਜੀ ਇਹੀ ਕਾਰਨ ਹੈ ਅਸੀਂ ਸਰੀਰ ਨੂੰ ਤਾਂ ਧਰਮ ਦੇ ਪਾਸੇ ਲਾ ਲੈਂਦੇ ਹਾਂ, ਪਰ ਸਾਡਾ ਮਨ ਜਿਹੜਾ ਹੈ ਉਹ ਸਾਡੇ ਵਸ ਕਰਨ ਤੇ ਵਸ ਨਹੀਂ ਆਉਂਦਾ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਤੇ ਕਿਰਪਾ ਉਦੋਂ ਹੋਣੀ ਹੈ ਜਦ ਸਾਰਾ ਕੁਝ ਮਿਹਨਤ ਮਸ਼ੱਕਤ ਘਾਲਣ ਦੇ ਬਾਵਜੂਦ ਵੀ ਹਿਰਦੇ ਅੰਦਰ ਨਿਮਰਤਾ ਹੋਵੇਗੀ, ਹੰਕਾਰ ਦਾ ਕਣ ਤੱਕ ਨਾ ਹੋਵੇ, ਨਿਮਰਤਾ ਹੀ ਨਿਮਰਤਾ ਛਾਈ ਹੋਵੇਗੀ, ਸ਼ੁਭ ਗੁਣਾਂ ਦੇ ਭੰਡਾਰੇ ਹਿਰਦੇ ਵਿੱਚ ਭਰੇ ਹੋਵਣਗੇ। ਉਸ ਵੇਲੇ ਅਕਾਲ ਪੁਰਖ ਜੀ ਦੀ ਰਹਿਮਤ ਹੋਵੇਗੀ, ਉਸ ਵੇਲੇ ਤਰਸ ਹੋਵੇਗਾ ਅਕਾਲ ਪੁਰਖ ਦਾ ਤੇ ਇਹ ਮਨ ਜਿਹੜਾ ਹੈ ਸਾਡੇ ਵੱਸ ਵਿੱਚ ਆ ਸਕੇਗਾ। ਤੇ ਉਂਝ ਜੇ ਕੋਈ ਕਹੇ ਕਿ ਮੈਂ ਆਪਣੇ ਮਨ ਨੂੰ ਵਸ਼ੀ ਕਰਨ ਵਿੱਚ ਲੈ ਆਵਾਂਗਾ ਤੇ ਨਹੀਂ,
ਮਨੁੱਖ ਦੇ ਵੱਸ ਦੀ ਗੱਲ ਨਹੀਂ। ਇਹੀ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਸਾਨੂੰ ਗੁਰੂ ਦੇ ਲੜ ਲੱਗਣ ਲਈ ਕਿਹਾ ਕਿ ਜੇ ਜੀਵਨ ਨੂੰ ਸਵਾਰਨਾ ਏ, ਮਨ ਨੂੰ ਸ਼ੁੱਧ ਕਰਨਾ ਏ, ਮਨ ਹੈ ਅਸ਼ੁੱਧ, ਮਨ ਹੈ ਕਾਲਾ, ਮਨ ਹੈ ਚੰਚਲਤਾਈਆਂ ਕਰਨ ਵਾਲਾ, ਮਨ ਹੈ ਪਾਪੀ, ਮਨ ਹੈ ਗੁਨਾਹਗਾਰ, ਮਨ ਹਰ ਪਲ ਭਟਕਣਾ ਕਰਨ ਵਾਲਾ, ਹਰ ਪਲ ਭੁੱਲਾਂ ਕਰਨ ਵਾਲਾ, ਸਤਿਗੁਰੂ ਪਾਤਸ਼ਾਹ ਜੀਆਂ ਦੇ ਬਖਸ਼ੇ ਹੋਏ ਰਾਹ ਤੋਂ ਹਮੇਸ਼ਾ ਹੀ ਖੁੰਝਣ ਵਾਲਾ। ਤੇ ਜੇ ਇਸ ਮਨ ਨੂੰ ਸਿੱਧੇ ਰਾਹ ਤੇ ਲਿਆਉਣਾ ਹੈ ਤਾਂ ਗੁਰੂ ਦੀ ਬਹੁਤ ਲੋੜ ਹੈ ਜੀਵਨ ਦੇ ਅੰਦਰ। ਜੇ ਗੁਰੂ ਵਾਲੇ ਬਣੋਗੇ ਤਾਂ ਜੀਵਨ ਸਫਲ ਹੋਵੇਗਾ, ਜੇ ਗੁਰੂ ਵਾਲੇ ਨਹੀਂ ਬਣੋਗੇ ਤਾਂ ਇੱਥੇ ਵੀ ਧੱਕੇ ਖਾਓਗੇ ਤੇ ਅੱਗੇ ਜਾ ਕੇ ਤਾਂ ਧੱਕੇ ਪੈਣੇ ਹੀ ਨੇ, ਅੱਗੇ ਜਾ ਕੇ ਤਾਂ 84 ਲੱਖ ਜੂਨ ਦੇ ਗੇੜੇ ਪੈਣੇ ਹੀ ਨੇ। ਤੇ ਇੱਥੇ ਵੀ ਜੀਵਨ ਕੋਈ ਉਹਨਾਂ ਦਾ ਕੋਈ ਸੁੱਖਾਂ ਦੇ ਅੰਦਰ ਨਹੀਂ ਬਤੀਤ ਹੁੰਦਾ ਕਿ ਜਿਹੜੇ ਗੁਰੂ ਦੀ ਮੱਤ ਨੂੰ ਆਪਣਾ ਆਪ ਸਮਰਪਿਤ ਨਹੀਂ ਕਰਦੇ। ਤਾਂ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਮਨਾ ਸਮਝ ਜਾ ਤੇਰੇ ਪਾਸ ਅਜੇ ਸਮਾਂ ਹੈ। ਤੈਨੂੰ ਪਰਮਾਤਮਾ ਨੇ ਕੀਮਤੀ ਮਨੁੱਖਾ ਜੀਵਨ ਦਾ ਸਮਾਂ ਦਿੱਤਾ ਹੋਇਆ ਹੈ। ਇਹ ਤੇਰੇ ਪਾਸ ਸਮਾਂ ਹੈ ਕਿ ਤੂੰ ਬੰਦਗੀ ਕਰੇ, ਨਾਮ ਜਪੇ, ਬਾਣੀ ਪੜ੍ਹੇ, ਚੰਗੇ ਕੰਮ ਕਰੇ, ਗੁਰੂ ਦੀ ਸੇਵਾ ਕਰੇ, ਆਪਣੇ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ, ਗਿਆਨ ਇੰਦਰੀਆਂ ਨੂੰ ਸਫਲਾ ਕਰੇ ਤੇ ਪਰਮਾਤਮਾ ਦਾ ਰੂਪ ਹੋ ਜਾਵੇਂ। ਤਾਂ ਯਾਦ ਰੱਖ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਹੇ ਮੇਰਿਆ ਮਨਾ, ਗੁਰੂ ਦੀ ਸਿੱਖਿਆ ਨੂੰ ਸੁਣ। ਚਲਾਕੀਆਂ ਕਰਨ ਦੇ ਨਾਲ, ਚੁਸਤੀਆਂ ਕਰਨ ਦੇ ਨਾਲ ਅੱਜ ਤੱਕ ਕਿਸੇ ਨੇ ਪਰਮੇਸ਼ਰ ਨੂੰ ਖੁਸ਼ ਨਹੀਂ ਕੀਤਾ। ਕੋਈ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਿਆ। ਕੋਈ ਵੀ ਅਧਿਆਤਮਿਕ ਆਨੰਦ ਨੂੰ, ਅਧਿਆਤਮਿਕ ਆਨੰਦ ਦੇ ਉੱਚੇ ਪਦ ਨੂੰ ਮਾਣ ਨਹੀਂ ਸਕਿਆ ਤੇ ਤੂੰ ਵੀ ਨਹੀਂ ਮਾਣ ਸਕੇਂਗਾ। ਤਾਂ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਮਾਇਆ ਮੋਹਣੀ, ਹੇ ਮਨਾ, ਇਹ ਜੋ ਮਾਇਆ ਹੈ, ਜੋ ਤੈਨੂੰ ਦਿਸ ਰਹੀ ਹੈ, ਜਿਸ ਨੂੰ ਵੇਖ ਕੇ ਤੂੰ ਹਮੇਸ਼ਾ ਚੰਚਲਤਾਈਆਂ ਕਰਦਾ ਏ। ਕਦੇ ਅੱਖਾਂ ਨੂੰ ਹੁਕਮ ਕਰ ਦੇਣਾ ਹੈ ਕੁਝ ਵੇਖਣ ਵਾਸਤੇ, ਕੁਝ ਗਲਤ ਵੇਖਣ ਵਾਸਤੇ, ਕਦੇ ਕੰਨਾਂ ਨੂੰ ਹੁਕਮ ਕਰ ਦੇਣਾ ਹੈ ਕੁਝ ਗਲਤ ਸੁਣਨ ਵਾਸਤੇ, ਕਦੇ ਜੀਭਾਂ ਨੂੰ ਹੁਕਮ ਦੇ ਦਿੰਦਾ ਹੈ ਅੰਦਰ ਬੈਠਾ ਹੋਇਆ, ਕਿਉਂਕਿ ਮਨ ਇੱਕ ਰਾਜੇ ਦੀ ਨਿਆਈ ਹੈ, ਇੰਦਰੇ ਦੇ ਪਰਜਾ ਦੀ ਨਿਆਈ ਹਨ। ਹੁਕਮ ਕਰਦਾ ਹੈ ਇਹਨਾਂ ਦੇ ਉੱਤੇ, ਜੋ ਇਹਦੇ ਮਨ ਦੀ ਇੱਛਾ ਹੁੰਦੀ ਹੈ ਇੰਦਰੀਆਂ ਦੇ ਰਾਹੀਂ ਰਸ ਲੈਂਦਾ ਹੈ। ਤਾਂ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹ ਮਾਇਆ ਮੋਹਣੀ ਮਨਾ, ਯਾਦ ਰੱਖ ਇਹ ਮਾਇਆ ਬੜੀ ਮੋਹ ਲੈਣ ਵਾਲੀ ਹੈ, ਇਹ ਮਨ ਨੂੰ ਮੋਹਿਤ ਕਰ ਦਿੰਦੀ ਏ। ਪਰ ਇਹ ਮਾਇਆ ਮੋਹਣੀ ਜਿਨ ਏਦ ਭਰਮ ਭੁਲਾਇਆ। ਠੀਕ ਹੈ ਕਿ ਇਹ ਮਾਇਆ ਮੋਹਣੀ ਹੈ, ਪਰ ਇਸ ਮੋਹਣੀ ਮਾਇਆ ਨੇ ਹੇ ਮਨਾ ਤੈਨੂੰ ਭੁਲੇਖੇ ਵਿੱਚ ਪਾ ਦਿੱਤਾ, ਭਰਮ ਵਿੱਚ ਪਾ ਦਿੱਤਾ ਕਿ ਜੋ ਸੱਤ ਹੈ ਉਹ ਤੈਨੂੰ ਅਸੱਤ ਲੱਗਦਾ ਏ ਤੇ ਜੋ ਅਸੱਤ ਹੈ ਉਹ ਤੈਨੂੰ ਸੱਤ ਲੱਗ ਰਿਹਾ ਹੈ। ਤੈਨੂੰ ਦੁਨਿਆਵੀ ਵਿਸ਼ੇ ਵਿਕਾਰ, ਤੈਨੂੰ ਆਪਣਾ ਪਰਿਵਾਰ, ਤੈਨੂੰ ਆਪਣਾ ਕਾਰੋਬਾਰ, ਤੈਨੂੰ ਆਪਣਾ ਸੰਸਾਰ ਜੋ ਅੱਖਾਂ ਦੇ ਨਾਲ ਦਿਖਦਾ ਹੈ ਬੜਾ ਮਨਮੋਹਣਾ ਲੱਗਦਾ ਏ, ਇਹਨੂੰ ਛੱਡਣ ਦਾ ਚਿੱਤ ਨਹੀਂ ਕਰਦਾ। ਇਹਦੇ ਪਿੱਛੇ ਤੂੰ ਗੁਰੂ ਨੂੰ ਛੱਡ ਸਕਦਾ ਹੈ, ਪਰ ਗੁਰੂ ਦੇ ਪਿੱਛੇ ਸੰਸਾਰ ਨਹੀਂ ਛੱਡ ਸਕਦਾ, ਸੰਸਾਰ ਦੇ ਵਿਸ਼ੇ ਕਸ ਰਸ ਕਸ ਨਹੀਂ ਛੱਡ ਸਕਦਾ। ਇਹ ਤੈਨੂੰ ਇੰਨੇ ਚੰਗੇ ਲੱਗਦੇ ਨੇ, ਇੰਨੇ ਤੈਨੂੰ ਪਿਆਰੇ ਲੱਗਦੇ ਨੇ, ਪਰ ਯਾਦ ਰੱਖ ਇਹ ਮਾਇਆ ਜਿਹੜੀ ਹੈ ਨਾ, ਮਾਇਆ ਦਾ ਦ੍ਰਿਸ਼ ਜਿਹੜਾ ਹੈ ਮਨ ਨੂੰ ਮੋਹਿਤ ਕਰ ਦਿੰਦਾ ਕੁਝ ਸਮੇਂ ਵਾਸਤੇ, ਪਰ ਇਹਦੇ ਅੰਦਰ ਸੱਚਾਈ ਕੁਝ ਵੀ ਨਹੀਂ। ਇਹ ਭੁਲੇਖਾ ਹੈ, ਇਹ ਭਰਮ ਹੈ। ਅੰਤ ਵੇਲੇ ਸਾਰਾ ਕੁਝ ਹੀ ਨਾਸ਼ਵੰਤ ਹੋ ਜਾਣਾ ਹੈ, ਨਾਸ਼ ਹੋ ਜਾਣਾ ਹੈ, ਇਹਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਪਰ ਇਹ ਗਿਆਨ ਤੈਨੂੰ ਅਖੀਰਲਿਆਂ ਸਮਾਸਾਂ 'ਤੇ ਹੋਵੇਗਾ, ਪਰ ਜਿਸ ਵੇਲੇ ਤੈਨੂੰ ਗਿਆਨ ਹੋਵੇਗਾ ਉਹ ਸਮਾਂ ਬਹੁਤ ਲੰਘ ਚੁੱਕਾ ਹੋਣਾ, ਫਿਰ ਪਤਾ ਨਹੀਂ ਕਿ ਮਨੁੱਖਾ ਜੀਵਨ ਦੀ ਇਹ ਖੇਡ ਦੁਬਾਰਾ ਤੈਨੂੰ ਪ੍ਰਾਪਤ ਹੋਵੇ ਕਿ ਨਾ ਹੋਵੇ। ਤਾਂ ਸਮਾਂ ਹੈ ਅੱਜ ਹੀ ਤੇਰੇ ਪਾਸ ਸਮਾਂ ਹੈ ਕਿ ਤੂੰ ਗੁਰੂ ਦੀ ਮੱਤ ਨੂੰ ਮੰਨ ਲਵੇਂ। ਤੇ ਗੁਰੂ ਸਾਹਿਬ ਤੈਨੂੰ ਸਮਝਾ ਰਹੇ ਆ, ਮਰਿਆ ਮਨਾ ਤੂੰ ਸਮਝ ਜਾ ਕਿ ਇਹ ਭੁਲੇਖਾ ਹੈ, ਇਹ ਭਰਮ ਹੈ, ਮਨ ਨੂੰ ਮੋਹ ਲੈਣ ਵਾਲੀ ਹੈ, ਇਹਦੇ ਅੰਦਰ ਸੱਚਾਈ ਰੰਚਕ ਪਲਦੀ ਵੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਸਮਝਾਉਣਾ ਕੀਤਾ ਹੈ ਕਿ ਚੱਚਾ ਰਚਤ ਚਿੱਤਰ ਹੈ ਭਾਰੀ, ਤਦ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਹੈ ਅਵਚੇਰਾ, ਤਦ ਚਿੱਤਰੈ ਚਿਤਰਾਖ ਚਤੇਰਾ। ਸਤਿਗੁਰੂ ਜੀ ਬਚਨ ਕਰਦੇ ਨੇ
कि हे मना याद रख कि ये संसार एक बहुत भारी ते मनमोहना दृश्य है, जो वेखदे सार ही मन इहदे ते मोहित हो जाता है, मन लुभाएमान हो जाता है। विषयां वकारां दे आनंद रस कस बड़े चंगे लगते ने, ते इन्हां नूं छड्ड के बाणी पढ़ना बिल्कुल मन ही नहीं करता। मन कहता छड्ड की बाणी पढ़ के की लैना, सिमरन करके की लैना, गुरु की सेवा करके की लैना। मना टैलीविजन देखते हैं, मना मोबाइल के उत्ते रंग तमाशे वेखते हैं, मना तू की करना बाणी पढ़ के, ये एवें फिक्की है, दे विचों की मिलना है। ये बड़ा मनमोहना दृश्य है, मन नूं बहुत ही मोह लैंदा है। पर कोई कोई बिरला गुरमुख है कि जिन्हें गुरु की सिक्ख्या लैके, गुरु की मत लैके समझिया कि ये संसार है कि चित्र बचित्र यह है अवचेरा, ये बहुत वड्डा भुलेखा है, बहुत वड्डा भरम पिया होया है। इस करके तज चित्र है, ये संसार रूपी चित्र नूं छड्ड, इस संसार रूपी चित्र नूं देखना बंद कर, ये अंदर लग करके अपने मनुखा जीवन का कीमती समा बर्बाद ना कर। जो इस नूं बनाउण वाला है, जो इस दी सुंदरता नूं बनाउण वाला है, उन्हों याद कर। ये तेरा मनोरथ है। संसार नूं छड्डना नहीं, संसार नूं छड्डण वास्ते नहीं किया, रहना संसार दे अंदर ही है, पर बिरती नूं संसार दे विच जुड़न नहीं देना। इतना जुड़ जाना कि कुछ 15 मिनट को 5 मिनट भी वाहिगुरु दा नाम जपण दा समा तेरे कोल ना होवे। इत्थों महाराज सच्चे पातशाह सानू डकदे ने, इत्थों सानू रोकदे ने कि मना हे गुरसिखा रही संसार दे अंदर, रही तू माया दे अंदर। यही कारण सतगुरु सच्चे पातशाह 10 पातशाहियां दे विचों केवल एक पातशाही नूं छड्ड करके बाल उमर दे विच साहिब जी धन धन श्री गुरु हरकृष्ण साहिब ज्योति जोत समाए, बाकी दे 9 सतगुरु सच्चे पातशाह गृहस्थ वाले होए। की कारण? उहदा कारण यही सी कि किते आउण वाली पीढ़ी ये ना कहना शुरू कर देवे कि परिवार च रह के तो कोई नाम नहीं जप सकता, संसार च रह के कोई नाम नहीं जप सकता। गृहस्थी बंदे दे बड़े झमेले हुंदे ने, बड़ा कारोबार हुंदा है, बड़ी उलझन जिहदे विच बंदा पिया रहिंदा है सारा जीवन, वो कुछ नहीं कर सकता, वो धर्म नहीं कमा सकता। सतगुरु पातशाह जी ने खुद गृहस्थी नूं अपना करके वो सारा कुछ जीवन दे विच हंडा के राज जोग की कमाई की है। रहना राज भाग दे विच, रहना माया विच, रहना गृहस्थ विच, पर जोग भी नाल नाल कमाउणा, परमेश्वर की याद भी नाल नाल हिरदे अंदर वसाउणी, यही गुरु की मत है। तो साहिब जी बचन करते ने, यह माया मोहनी जिन एत भरम भुलाया, जिन्हें सारिਆਂ ਨੂੰ भुलेखे च पा दिता। जन्म लैंदियां सार माया अपना मोह वरता देंदी है। बच्चे नूं अपनी माता दे दुध नाल प्यार पै जाता है, हौली हौली शक्लां नूं पहचानना शुरू कर दिंदा है, निक्कियां निक्कियां खेडां नाल मोह पा लैंदा है, खाण पीण दे नाल हौली हौली वड्डा हुंदा जांदा, विषयां वासनावां दे अंदर फस जाता है। ये संसार नूं ही अपनी जिंदगी मन बैठदा है, जबकि इहदे विच कुछ भी सच्चाई नहीं। ते ये ज्ञान कित्थों हुंदा है? ज्ञान होवेगा धन धन साहिब श्री गुरु ग्रंथ साहिब महाराज जी दी बाणी दे विचों। जिस वेले बाणी पढ़ांगे, बाणी दी अर्थ विचार करांगे, बाणी दी विचारधारा नाल जुड़ांगे ते बाणी दी विचार नूं मन्नांगे, तद साडे जीवन दे विच ये आनंद आवेगा। अगे पातशाह जी वचन फरमान करदे ने कि माया तां मोहणी तिने कीती जिन ठगवली पाईया। माया दा मोहनी, ये ठीक है कि माया बड़ी मोह लैण वाली है मन नूं, पर किन्ने पैदा की है? ये मोह लैण वाली माया परमेश्वर ने ही पैदा की है। ये परमात्मा दी सत्ता करके ही इहदा वजूद है। ये माया अपने आप दे विच कुछ भी नहीं। ये उन्नी देर है कि जिन्नी देर तक असी गुरु दी मत तो सखणे आ, जिन्नी देर तक असी गुरु नूं अपना तन मन धन समर्पित नहीं कर दिता, उन्नी देर तक माया दा वजूद है। जिस वेले गुरु दी मत नूं अपना करके जीवन विच लागू करके ब्रह्म ज्ञान दी अवस्था नूं गुरु के सिख गुरु के प्यारे मानते ने, यही माया उन्हां वास्ते अभाव हो जाती है। माया उन्हां वास्ते कोई वजूद नहीं रह जाता, माया उन्हां ते कोई प्रभाव ही नहीं पा सकती, क्योंकि ये माया
ਤਾਂ ਮੋਹਣੀ ਤਿਨੈ ਕੀਤੀ, ਪਰਮੇਸ਼ਰ ਦੀ ਹੀ ਮੋਹਣੀ ਕੀਤੀ ਹੋਈ ਹੈ, ਮਨ ਨੂੰ ਮੋਹ ਲੈਣ ਵਾਲੀ ਕੀਤੀ ਹੋਈ ਹੈ। ਜਦ ਉਹਦੀ ਯਾਦ ਨਾਲ ਅਸੀਂ ਜੁੜ ਜਾਂਦੇ ਹਾਂ ਤਾਂ ਇਹਦਾ ਵੀ ਪ੍ਰਭਾਵ ਸਾਡੇ ਤੋਂ ਬਹੁਤ ਛੇਤੀ ਹਟ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਨ ਠਗਵਲੀ ਪਾਈਆ, ਜਿਸ ਪ੍ਰਮਾਤਮਾ ਨੇ ਇਹ ਮਾਇਆ ਪੈਦਾ ਕੀਤੀ, ਉਸ ਪ੍ਰਮਾਤਮਾ ਨੇ ਹੀ ਇਹ ਮਾਇਆ ਦਾ ਮੋਹ ਰੂਪੀ ਠੱਗ ਬੁੱਢੀ ਹਰ ਇੱਕ ਜੀਵ ਦੇ ਅੰਦਰ ਪਾ ਦਿੱਤੀ ਹੈ। ਹਰ ਇੱਕ ਜੀਵ ਦੇ ਅੰਦਰ ਮਾਇਆ ਦਾ ਮੋਹ ਹੈ। ਇਹ ਮੋਹ ਇੱਕ ਐਸੀ ਚੀਜ਼ ਹੈ ਜਿਸ ਦੇ ਬਾਬਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਬਚਨ ਕਰਦੇ ਨੇ ਕਿ ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦ ਨਹਿ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹ ਜਿਹੜਾ ਮੋਹ ਹੈ ਪੰਜਾਂ ਵਿਕਾਰਾਂ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮੋਹ ਇੱਕ ਐਸੀ ਚੀਜ਼ ਹੈ ਜੋ ਬਹੁਤ ਹੀ ਬਲਵਾਨ ਹੈ, ਨਾ ਜਿੱਤਿਆ ਜਾਣ ਵਾਲਾ ਸੂਰਮਾ ਹੈ। ਯੁੱਧ ਦੇ ਮੈਦਾਨ ਦਾ ਇਹ ਸੂਰਮਾ ਹੈ ਤੇ ਵੱਡੇ ਵੱਡੇ ਤਾਕਤਵਰਾਂ ਨੂੰ, ਵੱਡੇ ਵੱਡੇ ਬਲਵਾਨਾਂ ਨੂੰ, ਕਹਿਣ ਕਹਾਉਣ ਵਾਲਿਆਂ ਨੂੰ ਮਸਲ ਕੇ ਰੱਖ ਦਿੰਦਾ ਹੈ। ਹਰ ਇੱਕ ਦੇ ਅੰਦਰ ਹੀ ਇਹ ਛਾਇਆ ਹੋਇਆ, ਕਿਸੇ ਨੂੰ ਵੀ ਇਹਨੇ ਛੱਡਿਆ ਨਹੀਂ। ਅਤ ਬਲਨਾ ਬਹੁ ਮਰਦ ਨਹਿ, ਗਣ ਗੰਧਰਵ ਮਨੁੱਖਯੰ ਪਸ ਪੰਖੀ ਬਿਮੋਹ ਨਹਿ। ਫਿਰ ਗਣ, ਸ਼ਿਵ ਗਣ, ਦੇਵ ਗਣ, ਦੇਵਤਿਆਂ ਦੇ ਦਾਸ, ਗੰਧਰਵ, ਇਹਨਾਂ ਗਣਾਂ ਦੀ ਅੱਗੋਂ ਸੰਤਾਨ ਜਿਹੜੀ ਹੈ ਉਹਨਾਂ ਨੂੰ ਗੰਧਰਵ ਕਿਹਾ ਜਾਂਦਾ ਹੈ। ਮਨੁੱਖਯੰ, ਜਿੰਨੀ ਮਨੁੱਖਾ ਸ਼੍ਰੇਣੀ ਹੈ, ਪਾਸ਼ ਪਸ਼ੂ, ਜਿਨੇ ਪਸ਼ੂ ਸ਼੍ਰੇਣੀ ਵਿੱਚ ਆਉਣ ਵਾਲੇ ਜਾਨਵਰ ਨੇ, ਪੰਛੀ, ਜਿੰਨੇ ਵੀ ਪੰਛੀ ਦੀਆਂ ਸ਼੍ਰੇਣੀ ਵਿੱਚ ਆਉਣ ਵਾਲੇ ਨੇ, ਸਾਰਿਆਂ ਅੰਦਰ ਹੀ ਮੋਹ ਨੇ ਆਪਣਾ ਪਸਾਰਾ ਪਸਾਰਿਆ ਹੋਇਆ। ਕਹਿਣ ਤੋਂ ਭਾਵ ਜਿੰਨੀ ਵੀ 84 ਲੱਖ ਜੂਨ ਹੈ ਸਾਰੀ ਮੋਹ ਦੇ ਝਮੇਲੇ ਦੇ ਅੰਦਰ ਹੀ ਹੈ, ਕੋਈ ਮੋਹ ਤੋਂ ਸਖਣਾ ਹੈ ਹੀ ਨਹੀਂ। ਹਰ ਇੱਕ ਜੀਵ ਨੂੰ ਮਾਇਆ ਹੈ, ਹਰ ਇੱਕ ਜੀਵ ਨੂੰ ਮੋਹ ਲੱਗਾ ਹੋਇਆ ਹੈ। ਤਾਂ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹਦੇ ਤੋਂ ਛੁੱਟਣ ਦਾ ਜੇ ਕੋਈ ਉਪਾਅ ਹੈ ਤਾਂ ਕੇਵਲ ਤੇ ਕੇਵਲ ਉਹ ਹੈ ਇੱਕ ਪਰਮਾਤਮਾ ਦੀ ਆਰਾਧਨਾ। ਹਰ ਕਰਨ ਹਾਰੰ ਨਮਸਕਾਰੰ, ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਧਰਤੀ ਦਾ, ਸਾਰੀ ਸ੍ਰਿਸ਼ਟੀ ਦਾ ਰਚੈਤਾ ਹੈ, ਕਰਤਾ ਹੈ, ਧਰਤਾ ਹੈ, ਉਹ ਪਰਮਾਤਮਾ ਦੇ ਤਾਈ ਹੀ ਨਮਸਕਾਰ ਕਰਨਾ ਕਰੋ। ਹੇ ਕਰਨ ਹਾਰੰ ਨਮਸਕਾਰੰ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਇਸ ਮੋਹ ਤੋਂ ਬਚਾਅ ਵਾਸਤੇ ਤੁਹਾਡੇ ਅੱਗੇ ਹੀ ਅਰਦਾਸ ਕਰਦੇ ਹਾਂ। ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰੋ, ਸਾਡੀ ਮੋਹ ਤੋਂ ਰੱਖਿਆ ਕਰੋ। ਕਿਤੇ ਇਸ ਮੋਹ ਦੇ ਜਾਲ ਵਿੱਚ ਫਸ ਕੇ, ਮਾਇਆ ਦੇ ਮੋਹ ਦੇ ਵਿੱਚ ਫਸ ਕਰਕੇ ਕਿਤੇ ਸਾਡਾ ਮਨੁੱਖਾ ਜੀਵਨ ਜੋ ਆਪ ਜੀਆਂ ਦੇ ਤਰਸ ਨਾਲ ਸਾਨੂੰ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਇੰਨੀ ਦੁਨੀਆ ਸੰਸਾਰ ਦੇ ਉੱਤੇ ਆ ਰਹੀ ਏ, ਮਰ ਕੇ ਜਾ ਰਹੀ ਏ, ਕੋਈ ਗੁਰਮੁਖ ਹੈ ਜੋ ਗੁਰੂ ਦੇ ਮੱਤ ਦੇ ਆਸ਼ੇ ਅਨੁਸਾਰ ਚੱਲ ਕੇ ਜੀਵਨ ਸਫਲਾ ਕਰਦਾ ਨਹੀਂ। ਤੇ ਪਾਤਸ਼ਾਹ ਸਾਰੇ ਆਪਣੇ ਜੀਵਨ ਬਾਜੀ ਹਾਰ ਕੇ ਜਾ ਰਹੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅੰਦਰ ਸਾਰੇ ਹਾਰ ਕੇ ਜਾ ਰਹੇ ਨੇ। ਕੋਈ ਜਿੱਤਿਆ ਨਹੀਂ ਇਹਨਾਂ ਪੰਜਾਂ ਵਿਕਾਰਾਂ ਤੋਂ। ਕੋਈ ਵਿਰਲਾ ਸੇਵਕ ਹੈ ਜੋ ਆਪ ਜੀ ਦੇ ਨਾਮ ਨਾਲ ਜੁੜਦਾ। ਪਾਤਸ਼ਾਹ ਸਾਡੇ ਤੇ ਤਰਸ ਕਰ ਦਿਓ, ਤਰਸ ਕਰ ਦਿਓ, ਰਹਿਮਤ ਕਰ ਦਿਓ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ। ਸੱਚੇ ਪਾਤਸ਼ਾਹ ਅਸੀਂ ਵੀ ਤੁਹਾਡੇ ਨਾਮ ਨਾਲ ਜੁੜ ਜਾਈਏ ਤਾਂ ਕਿ ਇਹ ਮੋਹ ਦੀ ਠੱਗ ਰੂਪੀ ਬੂਟੀ ਜਿਹੜੀ ਹੈ ਉਹ ਸਾਨੂੰ ਠੱਗ ਨਾ ਸਕੇ, ਉਹ ਸਾਨੂੰ ਕਿਸੇ ਪ੍ਰਕਾਰ ਦੇ ਨਾਲ ਸਾਡਾ ਅਧਿਆਤਮਿਕ ਧਨ ਜਿਹੜਾ, ਆਤਮਿਕ ਧਨ ਜਿਹੜਾ, ਨਾਮ ਦਾ ਧਨ ਜਿਹੜਾ ਹੈ ਉਹਨੂੰ ਲੁੱਟ ਨਾ ਸਕੇ। ਹੇ ਵਾਹਿਗੁਰੂ ਜੀ ਅਸੀਂ ਅਰਦਾਸ ਕਰਦੇ ਹਾਂ। ਅੱਗੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ। ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹ ਸੰਸਾਰ ਮਨਮੋਹਣਾ, ਮਾਇਆ ਮਨਮੋਹਣੀ, ਮਾਇਆ ਦਾ ਮੋਹ ਬੜਾ ਮਿੱਠਾ ਹੈ, ਉਤੋਂ ਸਾਡਾ ਮਨ ਬੜਾ ਚੰਚਲ ਹੈ। ਤੇ ਇਹ ਸਾਰੀ ਖੇਡ ਤੋਂ ਅਸੀਂ ਬਚਣਾ ਕਿਵੇਂ ਹੈ? ਅਸੀਂ ਵਿਸ਼ਿਆਂ ਵਾਸ਼ਨਾਵਾਂ ਤੋਂ ਬਚ ਕੇ, ਮਾਇਆ ਤੋਂ ਬਚ ਕੇ, ਮੋਹ ਤੋਂ ਬਚ ਕੇ, ਮਨ ਦੀ ਚੰਚਲਤਾਈ ਤੋਂ ਬਚ ਕੇ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਜੁੜਨਾ ਕਿਵੇਂ ਹੈ? ਉਹਦੇ ਲਈ ਇੱਕੋ ਇੱਕ ਰਸਤਾ ਹੈ, ਕੁਰਬਾਨ ਕੀਤਾ ਤਿਸੈ ਵਿਟਹੁ। ਉਸ ਅਕਾਲ ਪੁਰਖ ਜੀਆਂ ਤੋਂ ਆਪਣਾ ਤਨ, ਮਨ, ਧਨ ਵਾਰ ਦਿਓ, ਕੁਰਬਾਨ ਕਰ ਦਿਓ।
अरदास कर दियो सच्चे पातशाह, मेरा मुझ में किछ नहीं, जो किछ है सो तेरा, तेरा तुझको सौंपते क्या लागै मेरा। वाहिगुरू जी सारा कुछ तुहाडा बख्शिश कीता होया है, मेरा मेरे विच कुछ भी नहीं। जब मैं हंकार करां, जिदा मैं मान करां, जिदा मैं किसी प्रकार दे नाल मान कर सकां, हे अकाल पुरख जी सारा कुछ ही तुहाडा है। जिन मोह मीठा लाया, सतगुरु जी बचन करते ने उस अकाल पुरख जियां दे चरनां दे विच समर्पित होके कुर्बान होके अरदासां कर, जिस परमात्मा ने ये संसार पैदा किया, संसार च माया पैदा की, मन मोहने दृश्य पैदा किए ने जो मन नूं मोह लैंदे ने, अकाल पुरख दे चरनां नाल जुड़न नहीं दिंदे। ये माया है ही इहो जिही चीज़ जिसका अर्थ ही है कि जो बिल्कुल भी है ही नहीं। माया इसका अखरी अर्थ यही है कि जो असल दे विच है ही नहीं पर भासदी जरूर है। ये माया ये केवल ब्रह्म दे सहारे है, परमात्मा दे सहारे है। परमात्मा तो बिना इसका कोई भी वजूद नहीं। पर यह इहो जिही ठग बूटी है कि जिस प्रकार एक अमर वेल हुंदी है, अमर वेल जिमें होर बनस्पति धरती उत्ते उगदी, उहदी जड़ बनस्पति दी धरती दे विच लगी हुंदी है, ते वड्डे वड्डे रुख पैदा हुंदे ने, वेलां पैदा हुंदियां ने, जां होर अनेक प्रकार दे रुख आदिक हन। सारियां दी जड़ धरती दे अंदर हुंदी है। ये अमर वेल जिहनूं आसमानी वेल भी कहंदे ने, ये वेल इहो जिही है जिहदी जड़ धरती दे विच नहीं हुंदी। पर जिस भी रुख के उत्ते ये चढ़ जाती है वो सारे रुख नूं ढक दिंदी है। अमर वेल दा वजूद उस रुख दे पसारे करके है, पर अमर वेल अपना पसारा इन्ना पसार देंदी है कि वो नीचे वाले रुख नूं लभण तक नहीं देंदी, किसी नूं दर्शन नहीं होण देंदी। ते ऐसे प्रकार ही है ये माया कि ये माया परमेश्वर दी बनाई हुई है, परमात्मा दी सत्ता करके ही ये सानू प्रतीत हो रही है। ये सारा संसार अकाल पुरख दी चेतना ही सानू भास रहा है, पर असल दे विच इहदे अंदर सच्चाई कोई नहीं। सच जिहड़ा है वो अकाल पुरख वाहिगुरू है, पर ये इन्नी प्रबल है कि इन्हें अपना पसारा पसार के ते जीवां नू अपने नाल जोड़ लिया, नालों तोड़ दिता है। माया है ही वो चीज़, यह माया हर विसरै मोह उपजै भाओ दूजा लाया। सतगुरु जी वचन करते माया की है? माया वो है कि जिसनों वेखदियां सार ही विश्व की संसार की हर एक वो चीज़ असी समझते हैं कि माया पैसों नूं कहा जाता है, माया दमड़ियां नूं कहा जाता है। नहीं, सतगुरु जी वचन करते विश्व की वो हर एक चीज़, ब्रह्मांड की हर एक वो चीज़ माया रूप है। भावें पुत्र ने, भावें धीआं ने, कारोबार है, संसार है, परिवार है, रिश्तेदार ने, जो कुछ भी तुहानू अखां नाल दिस रहा है वो हर एक चीज़ माया है। जिसनों वेख करके परमेश्वर की याद हिरदे विचों विसर जावे तो उस चीज़ दे नाल ही मोह जुड़ जावे। घर दे विच बालक ने जन्म लिया, उहदी खुशी दे अंदर नाच गाना करवा लिया, परमेश्वर की याद भुल गई, नितनेम करना भुल गए, खुशी ही इन्नी हो गई कि घर दे विच बच्चे ने जन्म लै लिया, पुत्र का जन्म हो गया। इन्नियां खुशियां चढ़ गईयां कि गुरसिख नूं नितनेम करना ही भुल गया। तो ये माया है, पुत्र भी माया बन गया, धी भी माया बन गई। जे उहदे लगन दे विच जां उहदे प्रेम दे विच मोह दे विच आ करके गुरु दे सिख तो बाणी छुट जावे, परमेश्वर की याद छुट जावे, तो वह हर एक चीज़ ही माया रूप है। तो सतगुरु जी वचन करते हैं ऐसी है ये माया की खेड। जिमें टोबे दे विच पानी खड़ा हुंदा है ते काफ़ी समा पानी खड़ा रहे तो उहदे उत्ते बूर जम जाता है। बूर जम जाण दे कारण कोई भी उस पानी नूं पीण वास्ते तैयार नहीं हुंदा। हर किसी नूं लगदा है गंदगी इकट्ठी होई पई है, पर हुण जिहड़ा वो बूर है वो किसी आदमी ने लिया के तो पानी अंदर नहीं सुट्टिया, ना ही वो बूर आसमान तो डिग्गिया। वो बूर आया कित्थों? वो बूर का वजूद वो पानी ही है। पानी लगातार खड़ोता रहा तो पानी के उत्ते परत जम गई बूर दी।
पर जिस वेले जिन्हों ज्ञान सी जिन्हों सोझी सी उसने बूर नूं पछाण कीता, थल्लों पानी जिहड़ा सी निर्मल जल उहदे दर्शन कर ले, दीदार कर ले ते अपनी प्यास नूं बुझाउणा कीता। ऐसे प्रकार ही गुरमुख जिहड़े ने संसार की खेड नूं समझ लैंदे ने गुरु की सिक्ख्या लैके। सतगुरु जी ने दस दिता कि गुरसिखा ये है संसार, ये है माया, ये है मोह रूप, ये अंदर कोई भी सच्चाई नहीं, पर ये माया ये तो डरन की घबराउण की लोड़ नहीं। गुरसिखा तू नाम नाल जुड़ जा, तू बाणी दे नाल जुड़ जा, तू गुरु की मत दे नाल जुड़ जा। जिस परमात्मा की पैदा की हुई ये माया है ये उहदे नालों प्रबल नहीं, उहदे नालों ये बलवान कोई नहीं। परमेश्वर सर्व शक्तिमान है, ये उहदी पैदा की हुई खेड है। जिस दिन तू उहदे नाल अपने मन नूं जोड़ लवेंगा तां ये माया जिहड़ी है तेरा कुछ भी बिगाड़ नहीं सकेगी। तो सतगुरु सच्चे पातशाह जी बचन करते ने, कुर्बान कीता तिसै विटहों जिन मोह मीठा लाया। गुरसिखा उस गुरु नूं उस अकाल पुरख नूं ही समर्पित हो जिहदी रची हुई ये सारी खेड है। ये तो डरन की घबराउण की लोड़ नहीं कि मैं किद्दां करांगा जां मैं किद्दां परमात्मा दे खुशियां लवांगा। ये तो बहुत ही प्रबल है, मन बड़ा चंचल है, मन किवें वस आवेगा, मेरे को नहीं हो सकता। गुरसिखा डरन की लोड़ नहीं, तू गुरु की मत नूं धारण कर, तेरा मार्ग दर्शन सतगुरु जी आप करनगे। तो साहब जी बचन करते ने अखीर दे विच, कहे नानक मन चंचल चतुराई किनै ना पाया। सतगुरु सच्चे पातशाह जी अखीर दे विच बचन करते ने कि हे मना, हे मेरे चंचल मन सुन, तू चंचलताइयां करना छड्ड दे, चंचलताइयां चलाकियां चुस्तियां मारनियां बंद कर दे। दुनिया दे अंदर तेरियां चलाकियां चलदियां होणगियां, दुनिया दे अंदर तेरियां चुस्तियां काम आउंदियां होणगियां, पर परमेश्वर दा दरबार ऐसा है जिथे सहस सियाणपा लख होए तो एक न चलै नाल। उस वाहिगुरु जी के दरबार दे अंदर एक भी तेरी सियाणप उगती जुगती जड़ी है वो काम नहीं आउणी। तां ते हे मेरे मना कहो कबीर भगत कर पाया, भोले भाए मिले रघुराया। उत्थे ते भोले भा जिन्हां ने वाहिगुरु जी का नाम जपिया, अंदरों शुद्ध बाहरों शुद्ध हो के नाम जपिया, मन तनों सच्चे हो करके गुरु का नाम जपिया, गुरु जी की बाणी का जाप किया, गुरमंत्र दे नाल जुड़े, मूल मंत्र दे नाल जुड़े, गुरु घर की सेवा दे नाल जुड़े, सतसंगत दे नाल जुड़े, उन्हां दा मन चंचलताइयां करन तो हट गया, उन्हां दा मन शुद्ध हो गया ते वाकई ही उस अवस्था नूं प्राप्त कर गया। मन तू जोत स्वरूप है, अपना मूल पछाण, मन हर जी तेरे नाल है। गुरमती रंग मान गुरु की मत लैके उसने आनंद नूं मान लिया, उसने अध्यात्मिक आनंद नूं मान लिया। साहब जी बचन करते ने चलाकियां चुस्तियां करके परमेश्वर नूं पा नहीं सकेगा, मना सावधान होके रहना कर। सो इतनियां ही बेनतियां करते होए खिमा दे जाचक हाँ, गुरबाणी दियां गुरमत विचारां करदियां, गुर इतिहास दियां विचारां करदियां होइयां एक नहीं। ता मोहनी तिनै कीती जिन ठगौली पाइया, कुर्बान कीता तिसै बिटहो जिन मोह मीठा लाया। कहे नानक मन चंचल चतुराई किनै न पाया। वाहिगुरु जी का खालसा, वाहिगुरु जी की फतेह।